महिमा साधु संग की सुनो मेरे मीता, मैल खोई कोट अग हरे, निर्मल भय चीता। मैल खोई कोट अग हरे, निर्मल भय चीता। सतनाम। ਧੰਨ ਵਾਹਿਗੁਰੂ ਸਾਹਿਬ ਜੀ। ਗੋੜੀ ਪੂਰਬੀ ਰਵਿਦਾਸ ਜੀਓ, ਇਕ ਓੰਕਾਰ ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ, ਇਕ ਛਿਨ ਦਰਸ ਦਿਖਾਏ ਜੀ। ਰਹਾਉ ਮਲਿਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨ ਜਾਏ। ਕਰੋ ਕਿਰਪਾ ਬ੍ਰਹਮ ਚੂਕਈ, ਮੈਂ ਸੁਮਤ ਦੇਹੋ ਸਮਝਾਏ। ਜੋਗੀ ਸਰ ਪਾਵੈ ਨਹੀਂ, ਤਵੈ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣ, ਕਹੋ ਰਵਿਦਾਸ ਚਮਾਰ। ਜੋਗੀ ਸਰ ਪਾਵਹਿ ਨਹੀਂ, ਤਵੈ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ, ਕਹੋ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ, ਭਗਤਾਂ ਦੀ ਬਾਣੀ ਨੂੰ ਵਿਚਾਰਨ ਦਾ
ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਅਧੀਨ ਅੱਜ ਗੋੜੀ ਪੂਰਬੀ ਦੇ ਸਿਰਲੇਖ ਹੇਠ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਪਾਵਨ ਅੰਕ 346 ਦੇ ਉੱਤੇ ਦਰਜ ਹੈ। ਆਓ ਇਸ ਪਾਵਨ ਸ਼ਬਦ ਦੇ ਰਾਹੀਂ ਭਗਤ ਰਵਿਦਾਸ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਜ਼ੋਈ ਕਰ ਰਹੇ ਹਨ ਅਤੇ ਉਸ ਦੇ ਦਰਸ਼ਨਾਂ ਦੀ ਦਾਤ ਮੰਗ ਰਹੇ ਹਨ। ਸੋ ਆਓ ਆਪਾਂ ਵੀ ਉਸ ਦੇ ਦੀਦਾਰ ਲਈ ਅਰਜ਼ੋਈ ਕਰੀਏ ਅਤੇ ਆਪਣੇ ਜੀਵਨ ਦੇ ਅੰਦਰ ਜੋ ਖਾਮੀਆਂ ਹਨ ਉਹਨਾਂ ਨੂੰ ਕਬੂਲ ਕਰੀਏ ਤਾਂ ਕਿ ਉਹਨਾਂ ਨੂੰ ਸੁਧਾਰ ਸਕੀਏ। ਆਪਾਂ ਜੀਵਨ 'ਚੋਂ ਇਸ ਮਨ ਨੂੰ ਇਸ ਮਾਇਆ ਰੂਪੀ ਖੂਹ ਦੇ ਡੱਡੂ 'ਚੋਂ ਜਿਹੜਾ ਖੂਹ ਹੈ ਉਸ ਦੇ ਵਿੱਚ ਜਿਹੜਾ ਮਨ ਡੱਡੂ ਬਣਿਆ ਪਿਆ ਉਸ 'ਚੋਂ ਕੱਢ ਕੇ ਸਾਰੇ ਭਵਨਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜੀਏ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਅਸੀਸਾਂ ਬਖਸ਼ੋ, ਗੁਰਮੰਤਰ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਨੇ ਪਾਵਨ ਸ਼ਬਦ ਦੇ ਰਾਹੀਂ ਉਸ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਹੈ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਓ। ਆਖਣ ਲੱਗੇ ਇਹ ਸਾਰੇ ਭਵਨਾਂ ਦੇ ਮਾਲਕ, ਸਾਰੇ ਭਵਨਾਂ ਦੇ ਸਰਦਾਰ, ਹੇ ਅਕਾਲ ਪੁਰਖ ਮੈਨੂੰ ਇੱਕ ਛਿਨ ਭਰ ਲਈ ਹੀ ਦੀਦਾਰ ਦੇ, ਇੱਕ ਛਿਨ ਵਾਸਤੇ। ਕਿਉਂਕਿ ਜੇ ਇੱਕ ਵਾਰੀ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਜਾਣ, ਵਾਹਿਗੁਰੂ ਨੂੰ ਵੇਖ ਲਈਏ, ਵਾਹਿਗੁਰੂ ਨੂੰ ਅਨੁਭਵ ਕਰ ਲਈਏ ਤੇ ਇਹ ਜਨਮ ਜਨਮਾਂਤਰਾਂ ਦੀ ਮੈਲ ਕੱਟੀ ਜਾਣੀ ਹੈ। ਵੈਸੇ ਵੀ ਗੁਰਬਾਣੀ ਦੇ ਵਿੱਚ ਬਾਰ-ਬਾਰ ਪ੍ਰਭੂ ਦੇ ਦਰਸ਼ਨਾਂ ਦੀ ਜਿਹੜੀ ਗੱਲ ਹੈ ਉਹ ਗੁਰਬਾਣੀ 'ਚ ਕੀਤੀ ਗਈ ਹੈ। ਪਰ ਉਹ ਦਰਸ਼ਨ ਅਨੁਭਵ ਦਰਸ਼ਨ ਹੈ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨਹੀਂ ਦੇਖਿਆ ਜਾ ਸਕਦਾ ਉਸਨੂੰ, ਕਿਉਂਕਿ ਇਹ ਅੱਖਾਂ ਉਸ ਨੂੰ ਹੀ ਦੇਖਦੀਆਂ ਨੇ ਜਿਹਦਾ ਕੋਈ ਚੱਕਰ ਚਿੰਨ੍ਹ ਹੈ, ਕੋਈ ਨਿਸ਼ਾਨੀ ਹੈ, ਕੋਈ ਚਿੱਤਰ ਹੈ, ਕੋਈ ਸਰੂਪ ਬਣਿਆ ਹੋਇਆ। ਇਹ ਅੱਖਾਂ ਉਸ ਨੂੰ ਦੇਖ ਸਕਦੀਆਂ। ਤੇ ਜਦੋਂ ਗੁਰਬਾਣੀ ਦੇ ਵਿੱਚ ਪ੍ਰਭੂ ਦੇ ਦੀਦਾਰ ਦੀ ਗੱਲ ਆਈ, ਦਰਸ਼ਨਾਂ ਦੀ ਗੱਲ ਆਈ, ਤੇ ਉਸ ਨੂੰ ਵਿਦਵਾਨਾਂ ਨੇ ਆਖਿਆ ਉਹ ਹੈ ਅਨੁਭਵ ਦਰਸ਼ਨ। ਵਾਹਿਗੁਰੂ ਜੀ ਦਾ ਅਨੁਭਵ ਕਰ ਲੈਣਾ, ਵਾਹਿਗੁਰੂ ਜੀ ਨੂੰ ਸਮਝ ਲੈਣਾ। ਭਾਵੇਂ ਵਾਰ-ਵਾਰ ਅਸੀਂ ਦੇਖਦੇ ਹਾਂ, ਦਰਸ਼ਨ ਪਿਆਸੀ ਦਿਨਸ ਰਾਤ ਚਿਤਬੋਂ ਅੰਦਿਨ ਨੀਤ, ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ।
सुन यार हमारे सज्जन एक करूं बेनंतिया, तिस मोहन लाल प्यारे हों फिरों खोजंतिया। मैं खोजदी फिरदी हाँ। असल विच मनुखा जीवन सही माने विच रब दी ही खोज है। उसनों ही लभना है जिहड़ा अलभ है, जिहड़ा अल्लाह है। अल्लाह का अर्थ अल्लाह कर जिहड़ा उसका नाम भी अलभ ही है, जिन्हों लभ्या नहीं जा सकता। इस करके इस मनुखा जीवन की जो खोज है उस अलभ प्रभु की खोज है। ते खोज खोज के जिमें मनुख इस मार्ग ते तुरदा है, खोज करदा है, खोज खोज के प्यारे एक ही गल समझ आती है कि असी कुछ भी नहीं हाँ, तू ही सब कुछ है। जिमें जिमें कोई इस मार्ग ते तुरदा है, रूहानी जीवन नूं जिउंदा है, अंत कहन लगता है कि सच्चे पातशाह मैं कुछ नहीं हाँ। उन्ना चिर असी रब दे बारे बयान कर सकते हैं, रब इदां दा है, रब इदां दा है। असी लोगों नूं सचखंड के नक्शे बनाए बना के दर्शाई जाते हाँ भी इत्थे सचखंड है, इदां रब रहिंदा है, ये करदा है। पर ये गल याद रखना, जिस दिन रब नूं असी अनुभव कर लिया ना, उस दिन दस नहीं पावांगे। इस करके गुरबाणी ने सानू समझाया, सोई अजान कहे मैं जाना, जानन हार न छाना रे। वही अनजान है जिहड़ा कह रहा मैं जान लिया। जान के कोई गल समझ आती है कि मैं कुछ नहीं हाँ। जिमें जिमें रब नूं जानन दा यतन करांगे ना, अपनी होमें मिलती चली जाएगी, अंदर अपनी अज्ञानता नज़र आनी शुरू हो जाएगी। मैं कुछ नहीं हाँ, मैनू कोई ज्ञान नहीं, मैनू कोई समझ नहीं। और इत्थे निष्कर्ष ये निकलेगा कि हे सच्चे पातशाह सब कुछ तू ही है, तू ही कर रहा है, सारी तेरी ही खेड़ है ये संसार। भगत जी उस अनुभव लई उस परमात्मा नूं आवाज़ मार रहे हैं, आख रहे ने कि एक पल लई, एक छिन लई, एक खिन लई मैनू अपना दीदार दे, अपनी समझ बख्श, अपनी सूझ बख्श। तू की है, मैं तैनू जानना चाहना है, मैं तैनू समझना चाहना है, मैं तैनू अनुभव करना चाहना है। हुण असी क्यों नहीं दीदार कर पाते, क्यों नहीं अनुभव कर पाते, क्यों नहीं समझ पाते सकाल पुरख वाहिगुरू नूं? क्योंकि कोई अखर भी सानू पता चल जाता है ना प्यारिओ। असी कहन लगते सानू तो बड़ी जानकारी है, असी तो बड़ी किताबां पढ़ियां, बड़े ग्रंथ पढ़े, बड़ी बाणी पढ़ी, सानू तो बहुत समझ आ गई है। जदों ये गल जीवन च चल पवे ना, मैनू बड़ी समझ आ गई है, मैं बहुत सियाणा हो गया, मैं बड़ा चंगा हाँ, समझ लो कि तू हुण इस माया विच फस चुके हैं, माया विच गलतान हो चुके हैं हुण तू। क्योंकि बाणी पढ़ के, बाणी नूं विचार के मनुख बाणी विच समा जाता है, अपना आपा भाव जीवन चों मुक जाता है। जिन्हां ने इस रूहानी पैंडे नूं तय किया, रब नूं जिन्हां ने समझिया, उन्होंने भगत कबीर साहब जी वांग ताई आख्या कि कबीर मेरा मुझ में किछ नहीं, जो किछ है सो तेरा। ये अनुभव है जीवन का कबीर साहब जी का। ये केवल गली बाती नहीं है, जिवें असीं भी कह दिंदे कई बारी जदों इस तरह दी पंक्तियां चलदियां तो साडे मन विच भी कई बार इस तरह दी गल्लां चलदियां भी मेरा कुछ है ही नहीं है, पर सब कुछ के उत्ते तो कब्जा करी बैठे हैं। हर एक चीज़ की तो मैं करी जाने सी, जीवन चो मैं मुकदी नहीं है। पर ये पंक्तियां जदों असीं पढ़दे हाँ, गुरु के बोलां नूं पढ़दे हाँ, सानूं बड़े चंगे लगदे ने। थोड़ी देर लिए जो असीं गुरुद्वारे हुंदे हाँ, एकागर हुंदे हाँ, तो असीं कहने कि साडा कुछ नहीं है, सच्चे पातशाह तेरा है।
ਕਈ ਵਾਰੀ ਵਿਚਾਰ ਕਰਕੇ ਵੇਖਿਓ, ਜੇ ਰੱਬ ਦਾ ਹੀ ਹੈ ਤੇ ਜੇ ਆਪਾਂ ਆਖੀਏ ਵੀ ਇਹ ਰੱਬ ਦੀ ਦਾਤ ਹੈ, ਕਿਸੇ ਹੋਰ ਨੂੰ ਦੇ ਦੇ, ਉਸ ਵੇਲੇ ਅਸੀਂ ਕਿਉਂ ਕਹਿੰਦੇ ਹਾਂ ਬੱਚਿਆਂ ਨੂੰ ਪੁੱਛਾਂਗੇ, ਵੱਡਿਆਂ ਨੂੰ ਪੁੱਛਾਂਗੇ, ਗੱਲ ਕਰਾਂਗੇ? ਇਹੀ ਹੁੰਦਾ ਨਾ। ਇੱਕ ਪਾਸੇ ਬੰਦਾ ਕਹਿ ਜਾਏਗਾ ਮੇਰਾ ਕੁਛ ਨਹੀਂ ਹੈ ਜੀ, ਸਭ ਕੁਛ ਰੱਬ ਦਾ ਹੀ। ਉਹਨੂੰ ਕਹੀ ਵੀ ਜੇ ਰੱਬ ਦਾ ਹੈ ਤੇ ਇਹ ਚੀਜ਼ ਚੱਲ ਤੂੰ ਰੱਬ ਦੇ ਨਾਂ 'ਤੇ ਦੇ ਦੇ। ਫਿਰ ਬੰਦਾ ਕੀ ਕਹਿੰਦਾ, ਬੱਚਿਆਂ ਨਾਲ ਗੱਲਬਾਤ ਕਰਾਂਗੇ, ਵੱਡਿਆਂ ਨੂੰ ਪੁੱਛਾਂਗੇ, ਸੋਚਾਂਗੇ, ਵਿਚਾਰ ਕਰਾਂਗੇ। ਇਹਦਾ ਅਰਥ ਤੂੰ ਐਵੇਂ ਹੀ ਕਹੀ ਜਾ ਰਿਹਾ ਸੀ ਮੇਰਾ ਹੈ ਨਹੀਂ, ਰੱਬ ਦਾ ਸਭ ਕੁਛ। ਜੇ ਰੱਬ ਦਾ ਤੇ ਫਿਰ ਵਿਚਾਰ ਕਿਹੜੀ ਗੱਲ ਦੀ ਹੈ? ਜੇ ਸਾਰਾ ਕੁਝ ਹੀ ਪਰਮੇਸ਼ਰ ਦਾ ਹੈ, ਵਾਹਿਗੁਰੂ ਜੀ ਦਾ ਹੈ, ਫਿਰ ਕਿਹੜੀ ਗੱਲ ਦੀ ਵਿਚਾਰ ਕਰੇਗਾ? ਕਿਉਂਕਿ ਤੇਰਾ ਕੀਆ ਤੁਝੇ ਕਿਆ ਅਰਪੂੰ। ਭਗਤ ਜੀ ਕਹਿੰਦੇ ਤੇਰਾ ਕੀਤਾ ਹੋਇਆ ਤੈਨੂੰ ਮੈਂ ਕੀ ਅਰਪਣ ਕਰਾਂ? ਇੱਕ ਪਾਸੇ ਇਹ ਵਿਚਾਰ ਹੈ, ਇੱਕ ਪਾਸੇ ਵਿਚਾਰ ਹੈ ਕਿ ਮੇਰਾ ਕੁਛ ਵੀ ਨਹੀਂ ਹੈ। ਇਹ ਦੋਨਾਂ ਵਿਚਾਰਾਂ ਨੂੰ ਗੁਰਮਤ ਦੀ ਕਸਵੱਟੀ 'ਤੇ ਸਾਨੂੰ ਸਮਝਣਾ ਪੈਣਾ। ਜਦੋਂ ਆਪਾਂ ਇਹ ਪੜ੍ਹਾਂਗੇ ਨਾ, ਤੇਰਾ ਕੀਆ ਤੁਝੇ ਕਿਆ ਅਰਪਣ, ਇਸਦਾ ਅਰਥ ਹੈ ਕਿ ਸਭ ਕੁਛ ਤੇਰਾ ਪੈਦਾ ਕੀਤਾ ਹੋਇਆ ਔਰ ਸਭ ਕੁਝ ਹੈ ਹੀ ਤੇਰਾ, ਅਤੇ ਮੇਰੇ ਕੋਲ ਆਪਣਾ ਕੁਛ ਹੈ ਹੀ ਨਹੀਂ। ਮੈਂ ਅਰਪਣ ਕੀ ਕਰਾਂ? ਤੇਰੇ ਅੱਗੇ ਕੀ ਭੇਟਾ ਕਰਾਂ, ਕੀ ਰੱਖਾਂ? ਮੇਰਾ ਆਪਣਾ ਤਾਂ ਕੁਛ ਇੱਥੇ ਹੈ ਹੀ ਨਹੀਂ ਹੈ। ਇਸ ਕਰਕੇ ਕਈ ਵਾਰੀ ਸਾਡਾ ਮਨ ਜਿਹੜਾ ਹੈ ਨਾ, ਉਹ ਦੋ ਫਾੜ ਹੁੰਦਾ ਹੈ। ਭਗਤ ਜੀ ਉਸ ਅਵਸਥਾ ਵਿੱਚ ਜਾ ਕੇ ਗੱਲ ਕਰ ਰਹੇ ਨੇ ਕਿ ਜਦ ਮਨ ਇੱਕ ਹੋ ਗਿਆ, ਜਦ ਇਹ ਗੱਲ ਸਮਝ ਆ ਗਈ ਹੈ ਜੀਵਨ ਵਿੱਚ ਕਿ ਇੱਥੇ ਕੁਛ ਵੀ ਮੇਰਾ ਆਪਣਾ ਨਹੀਂ ਹੈ, ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਵਰਤ ਰਿਹਾ। ਜੋ ਕੁਛ ਮਿਲ ਰਿਹਾ ਪਰਮਾਤਮਾ ਦੇ ਹੁਕਮ 'ਚ ਮਿਲ ਰਿਹਾ, ਜੋ ਕੁਛ ਮੇਰੇ ਕੋਲੋਂ ਜਾ ਰਿਹਾ ਪਰਮਾਤਮਾ ਦੇ ਹੁਕਮ ਵਿੱਚ ਜਾ ਰਿਹਾ। ਜੋ ਕੁਛ ਮੇਰੇ ਕੋਲ ਹੈ ਰੱਬ ਦੀ ਕਿਰਪਾ ਸਦਕਾ ਹੈ, ਜੋ ਮੇਰੇ ਕੋਲ ਨਹੀਂ ਉਹ ਵੀ ਰੱਬ ਵੱਲੋਂ ਨਹੀਂ ਮੈਨੂੰ ਮਿਲਿਆ। ਇਸ ਤਰ੍ਹਾਂ ਦੀ ਵਿਚਾਰ ਅੰਦਰ ਪੱਕੀ ਹੋਵੇ ਤੇ ਜਦੋਂ ਗੁਰੂ ਦੇ ਦਰਸ਼ਨਾਂ ਦੀ, ਪ੍ਰਭੂ ਦੇ ਦਰਸ਼ਨਾਂ ਦੀ ਗੱਲ ਹੈ ਤਾਂ ਇੱਕ ਗੱਲ ਯਾਦ ਰੱਖਣਾ, ਉਸ ਦਾ ਅਨੁਭਵ ਹੋ ਜਾਏ, ਉਸ ਦੀ ਸਮਝ ਆ ਜਾਏ ਇੱਕ ਖਿਣ ਮਾਤਰ ਸਮੇਂ ਵਾਸਤੇ। ਤਾਂ ਹੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਕਿਨਕਾ ਏਕ ਜਿਸ ਜੀ ਵਸਾਵੈ ਤਾਕੀ ਮਹਿਮਾ ਗਣੀ ਨਾ ਆਵੇ। ਇਸਦਾ ਅਰਥ ਹੈ ਕਿ ਜੇ ਕਿਨਕਾ ਮਾਤਰ ਵੀ ਉਸ ਪਰਮਾਤਮਾ ਦਾ ਧਿਆਨ, ਉਸ ਪਰਮਾਤਮਾ ਦੀ ਸਮਝ, ਉਸ ਦਾ ਗਿਆਨ, ਉਸ ਦਾ ਅਨੁਭਵ ਇੱਕ ਕਿਨਕਾ ਮਾਤਰ ਵੀ ਜੀਵਨ 'ਚ ਵਸ ਜਾਂਦਾ ਹੈ ਤੇ ਅਸੀਂ ਐਡੇ ਮਹਾਨ ਹੋ ਜਾਂਦੇ ਹਾਂ ਕਿ ਉਪਮਾ ਨਹੀਂ ਕੀਤੀ ਜਾ ਸਕਦੀ। ਉਸਦੇ ਦੀਦਾਰ ਦਾ ਇੱਕ ਕਿਨਕਾ ਵੀ ਅੰਦਰ ਨਹੀਂ ਵਸਦਾ, ਉਸਦਾ ਅਨੁਭਵ ਕਿਨਕਾ ਮਾਤਰ ਵੀ ਨਹੀਂ ਹੈ। ਇੱਕ ਛਿਨ ਪਲ ਭਰ ਲਈ ਵੀ ਉਹਦਾ ਦੀਦਾਰ ਨਹੀਂ ਹੈ। ਇਸ ਕਰਕੇ ਭਗਤ ਰਵਿਦਾਸ ਜੀ ਆਖ ਰਹੇ ਨੇ, ਹੇ ਸੱਚੇ ਪਾਤਸ਼ਾਹ ਕਿਰਪਾ ਕਰ, ਇੱਕ ਛਿਨ ਵਾਸਤੇ ਮੈਨੂੰ ਆਪਣਾ ਦੀਦਾਰ ਦੇ। ਦੀਦਾਰ ਕਿਉਂ ਨਹੀਂ ਹੋ ਰਿਹਾ ਸਾਨੂੰ ਰੱਬ ਦਾ? ਆਖਣ ਲੱਗੇ ਮੇਰੀ ਜਿਹੜੀ ਹਾਲਤ ਹੈ ਉਹ ਐਸੀ ਹੈ। ਇੱਥੋਂ ਸ਼ਬਦ ਦੀ ਸ਼ੁਰੂਆਤ ਕਰ ਰਹੇ ਨੇ, ਗੋੜੀ ਪੂਰਬੀ ਰਵਿਦਾਸ ਜੀਓ। ਰਾਗ ਦਾ ਨਾਮ ਗੋੜੀ ਪੂਰਬੀ ਹੈ ਤੇ ਰਵਿਦਾਸ ਜੀ ਦੀ ਇਹ ਅੰਮ੍ਰਿਤ ਬਾਣੀ, ਅੰਮ੍ਰਿਤ ਬੋਲ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ ਤੇ ਪਹਿਲੇ ਪਦੇ ਵਿੱਚ ਆਖ ਰਹੇ ਨੇ, ਕਹਿੰਦੇ ਮੇਰੀ ਹਾਲਤ ਇਹ ਹੈ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਆਖਣ ਲੱਗੇ ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਹੋਵੇ। ਕੂਪ ਦਾ ਅਰਥ ਹੈ ਖੂਹ, ਭਰਿਓ ਦਾ ਅਰਥ ਹੈ ਭਰਿਆ ਹੋਵੇ। ਜੈਸੇ ਦਾਦਰਾ, ਦਾਦਰਾ ਕਹਿੰਦੇ ਨੇ ਡੱਡੂਆਂ ਨੂੰ। ਆਖਣ ਲੱਗੇ ਜਿਵੇਂ ਕੋਈ ਖੂਹ ਡੱਡੂਆਂ ਨਾਲ ਭਰਿਆ ਹੋਵੇ, ਉਹਨਾਂ ਡੱਡੂਆਂ ਨੂੰ ਕੋਈ ਵਾਕਫੀ ਨਹੀਂ ਹੁੰਦੀ, ਖੂਹ ਦੀ ਜਾਣਕਾਰੀ ਨਹੀਂ ਹੁੰਦੀ, ਵਾਕਫੀਅਤ ਨਹੀਂ ਹੁੰਦੀ, ਖੂਹ ਦੀ ਕੋਈ ਜਾਣਕਾਰੀ ਨਹੀਂ ਹੁੰਦੀ। ਕਛ ਦੇਸ ਵਿਦੇਸ ਨਾ ਬੂਝ,
कि इस ਖੂਹ ਤੋਂ ਬਾਹਰ ਕੋਈ ਹੋਰ ਵੀ ਦੇਸ਼ ਜਾਂ ਪਰਦੇਸ ਵੀ ਹੈ। ਡੱਡੂਆਂ ਵਾਸਤੇ ਤੇ ਉਹ ਖੂਹ ਹੀ ਸਾਰੀ ਦੁਨੀਆ ਹੈ। ਉਹਨਾਂ ਦੇ ਵਾਸਤੇ ਨਾ ਕੋਈ ਹੋਰ ਦੇਸ਼ ਹੈ, ਨਾ ਕੋਈ ਵਿਦੇਸ਼ ਹੈ। ਉਹਨਾਂ ਨੂੰ ਪੁੱਛੋ ਦੁਨੀਆ ਕਿੰਨੀ ਵੱਡੀ ਹੈ, ਤੇ ਡੱਡੂ ਛਾਲ ਮਾਰ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਗਿਆ ਵੀ ਇਤਨੀ ਕੋਈ ਵੱਡੀ ਦੁਨੀਆ। ਉਹਨੂੰ ਉਹ ਖੂਹ ਹੀ ਦੁਨੀਆ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਹੀ ਸਾਡੇ ਮਨ ਦੀ ਹਾਲਤ ਹੈ। ਆਖਣ ਲੱਗੇ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਭਗਤ ਰਵਿਦਾਸ ਜੀ ਆਖਣ ਲੱਗੇ ਤਿਵੇਂ ਮੇਰਾ ਮਨ ਮਾਇਆ ਦੇ ਖੂਹ ਵਿੱਚ ਕਹਿੰਦੇ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ ਮਾਇਆ ਦੇ ਖੂਹ ਵਿੱਚੋਂ ਨਿਕਲਣ ਲਈ ਕੋਈ ਉਰਲਾ ਜਾਂ ਪਾਰਲਾ ਬੰਨਾ ਨਹੀਂ ਸੋਚਦਾ ਵੀ ਮਾਇਆ ਦੇ ਖੂਹ ਚੋਂ ਨਿਕਲਣਾ ਕਿਵੇਂ। ਇਹ ਤਾਂ ਮਾਇਆ ਨੂੰ ਹੀ ਕਹਿੰਦਾ ਇਹੀ ਦੁਨੀਆ ਜੀ, ਬਸ ਹੋਰ ਕੁਝ ਹੈ ਹੀ ਨਹੀਂ ਇੱਥੇ। ਜਿਹੜਾ ਮਨੁੱਖ ਮਾਇਆ 'ਚ ਗਲਤਾਨ ਹੋਵੇ, ਮਾਇਆ 'ਚ ਘੁੱਬਿਆ ਹੋਵੇ, ਉਸ ਬੰਦੇ ਨੂੰ ਪੁੱਛੋ ਕਿ ਸੰਸਾਰ ਕੀ, ਉਹ ਕਹਿੰਦੇ ਇਹ ਮਾਇਆ ਦੇ ਪਦਾਰਥ, ਇਹ ਕੰਮ ਕਰਨੇ, ਧਨ ਰੋਟੀ ਕਮਾ ਲੈਣੀ, ਖਾ ਲੈਣੀ, ਇਹੀ ਦੁਨੀਆ ਹੈ। ਉਸ ਨੂੰ ਕੋਈ ਹੋਰ ਦੁਨੀਆ ਨਜ਼ਰ ਨਹੀਂ ਆਉਂਦੀ, ਹੋਰ ਜੀਵਨ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਕਰਕੇ ਉਹ ਕਹਿੰਦੇ ਮੇਰੀ ਦੁਨੀਆ ਇਹੀ ਹੈ ਕਿ ਮੇਰੀ ਦੁਨੀਆ ਇਹ ਹੈ ਕਿ ਜਨਮ ਹੋਇਆ, ਕੰਮ ਕਰ ਲਿਆ, ਬੱਚੇ ਹੋ ਗਏ, ਬੱਚੇ ਪਾਲ ਲਏ, ਕੰਮ ਕਰ ਲਿਆ, ਘਰ ਆ ਗਏ, ਬਸ ਇਤਨੀ ਕਹਿੰਦੇ ਮੇਰੀ ਦੁਨੀਆ ਹੈ। ਅਤੇ ਜਦੋਂ ਮਨੁੱਖ ਦਾ ਮਨ ਇਸ ਦੁਨੀਆ ਵਿੱਚ ਖਚਿਤ ਹੋ ਜਾਂਦਾ ਹੈ, ਗਲਤਾਨ ਹੋ ਜਾਂਦਾ ਹੈ, ਤਾਂ ਸਮਝ ਲਓ ਉਸਦੀ ਹਾਲਤ ਡੱਡੂਆਂ ਵਰਗੀ ਹੀ ਹੈ। ਜਿਵੇਂ ਡੱਡੂ ਨੂੰ ਖੂਹ ਦੀ ਕੋਈ ਜਾਣਕਾਰੀ ਨਹੀਂ, ਕੋਈ ਸਮਝ ਨਹੀਂ ਕਿ ਇਸ ਖੂਹ ਤੋਂ ਬਾਹਰ ਵੀ ਕੋਈ ਹੋਰ ਦੇਸ਼ ਪਰਦੇਸ ਜਾਂ ਦੁਨੀਆ ਹੈ, ਪਰ ਕਿ ਖੂਹ ਤੋਂ ਬਾਹਰ ਕੋਈ ਸੰਸਾਰ ਨਹੀਂ ਵਸਦਾ, ਕਿ ਖੂਹ ਤੋਂ ਵੱਖਰਾ ਕੋਈ ਦੇਸ਼ ਵਿਦੇਸ਼ ਨਹੀਂ ਹੈ, ਕਿ ਖੂਹ ਹੀ ਉਹਨਾਂ ਦੇ ਵਾਸਤੇ ਦੇਸ਼ ਵਿਦੇਸ਼ ਹੈ। ਹੈਗੇ ਦੇਸ਼ ਵਿਦੇਸ਼ ਸਾਰੀ ਦੁਨੀਆ ਹੈ, ਪਰ ਉਹ ਡੱਡੂਆਂ ਵਾਸਤੇ ਖੂਹ ਹੀ ਸਾਰੀ ਦੁਨੀਆ ਹੈ। ਇਸ ਕਰਕੇ ਭਗਤ ਰਵਿਦਾਸ ਜੀ ਆਖਣ ਲੱਗੇ ਕਿ ਹੇ ਪ੍ਰਭੂ, ਕਹਿੰਦੇ ਮੇਰੇ ਮਨ ਦੀ ਇਹ ਹਾਲਤ ਹੈ। ਕਦੀ ਰੱਬ ਨੂੰ ਕਹਾਂਗੇ ਸੱਚੇ ਪਾਤਸ਼ਾਹ ਵੀ ਸਾਡੇ ਮਨ ਦੀ ਇਹ ਹਾਲਤ ਹੈ? ਬੜਾ ਔਖਾ ਕੰਮ ਹੈ। ਹੋਰ ਹਾਲਤਾਂ ਦਾ ਅਸੀਂ ਰੱਬ ਨੂੰ ਦੱਸੀ ਜਾਂਦੇ ਹਾਂ। ਫਲਾਣਾ ਦੁੱਖ ਆ ਗਿਆ, ਇਹ ਜੀਵਨ 'ਚ ਪੈਸੇ ਦਾ ਘਾਟਾ ਹੋ ਗਿਆ, ਬੰਦਾ ਬਿਮਾਰ ਹੋ ਗਿਆ, ਮੇਰੇ ਘਰ 'ਚ ਸੁੱਖ ਸ਼ਾਂਤੀ ਨਹੀਂ ਹੈ, ਇਹ ਸਭ ਕੁਛ ਰੱਬ ਨੂੰ ਦੱਸੀ ਜਾਂਦੇ ਸੀ। ਪਰ ਕਦੀ ਇਹ ਦੱਸਦੇ ਸੱਚੇ ਪਾਤਸ਼ਾਹ ਮੇਰਾ ਮਨ ਵਿਖਿਆ ਦੇ ਵਿੱਚ, ਇਸ ਮਾਇਆ ਦੇ ਵਿੱਚ ਖਚਿਤ ਹੈ, ਗਲਤਾਨ ਹੈ, ਫਸਿਆ ਹੋਇਆ ਹੈ, ਤੂੰ ਕਿਰਪਾ ਕਰ ਇਸ ਦੇ ਵਿੱਚੋਂ ਮੈਨੂੰ ਬਾਹਰ ਕਰ ਦੇ, ਇਸ ਮਾਇਆ 'ਚੋਂ ਮੈਨੂੰ ਬਚਾ ਲੈ। ਕੋਈ ਵਿਰਲਾ ਵਿਰਲਾ ਇਨਸਾਨ ਹੈ ਜਿਹੜਾ ਕਿ ਇਹ ਅਰਦਾਸ ਕਰਦਾ ਹੈ, ਨਹੀਂ ਤਾਂ ਗੁਸਤਾਖੀ ਮਾਫ਼ ਕਰਨਾ, ਸੰਸਾਰ ਦੀਆਂ ਤਕਰੀਬਨ ਅਰਦਾਸਾਂ ਇਹੀ ਆਉਂਦੀਆਂ, ਪਰਿਵਾਰ ਦੀ ਸੁੱਖ ਸ਼ਾਂਤੀ, ਦੇਹ ਅਰੋਗਤਾ, ਕੋਈ ਕਾਰਜਾਂ ਦੀ ਸਫਲਤਾ ਲਈ, ਸੁੱਖ ਸ਼ਾਂਤੀ ਲਈ ਸ਼ੁਕਰਾਨਾ, ਕੁਛ ਮਿਲ ਗਿਆ ਤੇ ਸ਼ੁਕਰਾਨਾ। ਔਰ ਕੋਈ ਵਿਰਲਾ ਹੀ ਬੰਦਾ ਮਿਲਦਾ ਜਿਹੜਾ ਇਹ ਕਹੇ ਵੀ ਸੱਚੇ ਪਾਤਸ਼ਾਹ ਵੀ ਮੈਂ ਸੰਸਾਰ ਦੇ ਵਿੱਚ ਆ ਕੇ ਦੁਵਿਧਾ 'ਚ ਫਸਿਆ ਹੋਇਆ, ਵਿਕਾਰਾਂ 'ਚ ਫਸਿਆ ਹੋਇਆ, ਗੁਰੂ ਚਰਨਾਂ 'ਚ ਕਹਿੰਦੇ ਤੁਸੀਂ ਅਰਦਾਸ ਕਰੋ ਕਿ ਮੇਰੀ ਦੁਵਿਧਾ ਜੀਵਨ 'ਚੋਂ ਖਤਮ ਹੋ ਜਾਏ, ਮੈਂ ਵਿਕਾਰਾਂ 'ਚੋਂ ਬਾਹਰ ਆ ਜਾਵਾਂ, ਮੈਂ ਗੁਰੂ ਨਾਲ ਜੁੜ ਜਾਵਾਂ। ਕੋਈ ਵਿਰਲਾ ਵਿਰਲਾ ਗੁਰੂ ਨਾਲ ਜੁੜਨ ਦੀ ਅਰਦਾਸ ਕਰਦਾ ਹੈ। ਇਹ ਗੱਲ ਨਹੀਂ ਕਿ ਸਾਨੂੰ ਇਹ ਸੰਸਾਰ ਦੇ ਪਦਾਰਥਾਂ ਦੀ ਅਰਦਾਸ ਨਹੀਂ ਕਰਨੀ ਚਾਹੀਦੀ, ਇਹ ਗੱਲ ਨਹੀਂ ਹੈ, ਕਰਨੀ ਚਾਹੀਦੀ ਹੈ। ਜੋ ਸਾਡੇ ਕੋਲ ਹੈ ਨਾ, ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਸਾਡੇ ਜੀਵਨ 'ਚ ਕੋਈ ਬਿਰਥਾ ਹੈ, ਉਹ ਵੀ ਗੁਰੂ ਨੂੰ ਕਹਿਣੀ ਚਾਹੀਦੀ ਹੈ। ਪਰ ਇਹ ਵੀ ਤਾਂ ਸਾਡੇ ਜੀਵਨ ਦੀ ਬਿਰਥਾ ਹੈ ਨਾ ਕਿ ਸਾਡਾ ਮਨ ਹਰ ਵੇਲੇ ਉਸ ਮਾਇਆ ਦੇ ਵਿੱਚ ਗਲਤਾਨ ਰਹਿੰਦਾ ਹੈ, ਜਿਸ ਮਾਇਆ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਛਾਰ। ਇਸ ਛਾਰ ਦੇ ਵਿੱਚ ਫਸਿਆ ਹੋਇਆ।
ਭਜਨ ਤੋਂ ਬਿਨਾਂ ਇਹ ਮਾਇਆ ਸਾਥ ਨਹੀਂ ਚੱਲਦੀ। ਸਾਨੂੰ ਰੋਜ਼ ਦਰਸਾਇਆ ਜਾਂਦਾ ਹੈ, ਰੋਜ਼ ਦੱਸਿਆ ਜਾਂਦਾ ਹੈ ਕਿ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਇਹ ਧਨ ਸ੍ਰੇਸ਼ਟ ਹੈ। ਜਿੱਥੇ ਜੀ ਕੀ ਬਿਰਥਾ ਦੀ ਅਰਦਾਸ ਗੁਰੂ ਚਰਨਾਂ 'ਚ ਕਰਨੀ ਹੈ, ਉੱਥੇ ਕਦੀ ਕਦੀ ਤਾਂ ਗੁਰੂ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਵੀ ਤੂੰ ਤਰਸ ਕਰ। ਜਿਵੇਂ ਭਗਤ ਰਵਿਦਾਸ ਜੀ ਅਰਦਾਸ ਕਰ ਰਹੇ ਨੇ ਕਿ ਇਸ ਮਾਇਆ ਤੋਂ, ਮਾਇਆ ਦੇ ਖੂਹ ਵਿੱਚੋਂ ਮੈਨੂੰ ਨਿਕਾਲ ਲੈ, ਕਿਉਂਕਿ ਮੇਰੇ ਮਨ ਨੂੰ ਵੀ ਨਾ ਉਰਲਾ ਤੇ ਪਰਲਾ ਬੰਨਾ ਨਹੀਂ ਸੁਝਦਾ। ਇਹਨੂੰ ਵੀ ਹੋਰ ਕੋਈ ਸਮਝ ਨਹੀਂ ਹੈ, ਮਾਇਆ ਤੋਂ ਅਗਲੀ ਸਮਝ ਨਹੀਂ ਹੈ, ਪਾਓ ਤੇਰੀ ਸਮਝ ਨਹੀਂ ਹੈ। ਸਾਡੇ ਮਨ ਨੂੰ ਉਸ ਰੱਬ ਦੀ ਸਮਝ ਹੋਣੀ ਚਾਹੀਦੀ ਹੈ, ਆਪਣੇ ਮੂਲ ਦੀ ਸਮਝ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਮਨ ਦਾ ਤਾਂ ਮੂਲ ਵਾਹਿਗੁਰੂ ਪਰਮੇਸ਼ਰ ਹੈ ਨਾ। ਤਾਂ ਹੀ ਸਤਿਗੁਰੂ ਜੀ ਨੂੰ ਕਹਿਣਾ ਪਿਆ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਹੇ ਮਨਾ, ਹਰੀ ਪਰਮਾਤਮਾ ਤੇਰੇ ਨਾਲ ਹੈ, ਗੁਰੂ ਦੇ ਨਾਲ ਜੁੜ ਕੇ ਤੂੰ ਰੰਗ ਮਾਣ। ਪਰ ਸਾਨੂੰ ਇਹ ਮਨ ਜੋਤ ਸਰੂਪ ਨਜ਼ਰ ਨਹੀਂ ਆਉਂਦਾ। ਆਪਣੇ ਮੂਲ ਪਛਾਣਨ ਦੀ ਗੱਲ ਅਸੀਂ ਕਰਦੇ ਹੀ ਨਹੀਂ, ਪਰ ਭਗਤ ਰਵਿਦਾਸ ਜੀ ਕਰ ਰਹੇ ਹਨ। ਫਿਰ ਕਹਿਣ ਲੱਗੇ, ਕਹਿੰਦੇ ਮਲਿਨ ਭਈ ਮਤ ਮਾਧਵਾ, ਇਹਨੂੰ ਮਲੀਨ ਨਹੀਂ ਪੜਾਂਗੇ, ਖਰ ਮਲਿਨ ਸਿਆਰੀ ਨਾਲ ਲਿਖਿਆ ਹੋਇਆ, ਤਕਰੀਬਨ ਲੋਕ ਬਿਹਾਰੀ ਨਾਲ ਪੜ੍ਹਦੇ ਨੇ, ਪਾਠ ਕਰਨਾ ਮਲਿਨ, ਅਰਥ ਮਲੀਨ ਹੀ ਹੈ। ਕਹਿੰਦੇ ਮਲਿਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਆਖਣ ਲੱਗੇ, ਹੇ ਪ੍ਰਭੂ, ਮੇਰੀ ਜਿਹੜੀ ਅਕਲ ਹੈ ਨਾ, ਇਹ ਵਿਕਾਰਾਂ ਨਾਲ ਮੈਲੀ ਹੋਈ ਪਈ ਹੈ। ਮਾਧਵਾ ਦਾ ਅਰਥ ਹੈ ਹੇ ਮਾਇਆ ਦੇ ਪਤੀ ਪਰਮਾਤਮਾ, ਹੇ ਪ੍ਰਭੂ। ਉਹਨੂੰ ਸੰਬੋਧਨ ਹੈ ਅਕਾਲ ਪੁਰਖ ਵਾਹਿਗੁਰੂ ਨੂੰ। ਆਵਾਜ਼ ਮਾਰੀ ਗਈ, ਆਵਾਜ਼ ਮਾਰ ਕੇ ਆਖ ਰਹੇ ਨੇ ਭਗਤ ਰਵਿਦਾਸ ਜੀ ਕਿ ਹੇ ਮੇਰੇ ਪ੍ਰਭੂ, ਕਹਿੰਦੀ ਗੱਲ ਸੁਣ। ਕਹਿੰਦੇ ਇਹ ਮੇਰੀ ਜਿਹੜੀ ਮਤ ਹੈ ਨਾ, ਮੇਰੀ ਜਿਹੜੀ ਅਕਲ ਹੈ, ਇਹ ਵਿਕਾਰਾਂ ਨਾਲ ਮੈਲੀ ਹੋਈ ਪਈ ਹੈ। ਇਸ ਕਰਕੇ ਤੁਸੀਂ ਰੋਜ਼ ਪੜ੍ਹਦੇ ਹੋ, ਭਰੀ ਹੈ ਮਤ ਪਾਪਾਂ ਕਹਿ ਸੰਗ। ਇਹ ਮਤ ਪਾਪਾਂ ਦੇ ਨਾਲ ਭਰੀ ਪਈ ਹੈ, ਪਾਪਾਂ ਨਾਲ ਮਿਲ ਕੇ ਮੈਲੀ ਹੋਈ ਪਈ ਹੈ ਸਾਡੀ ਮਤ। ਭਗਤ ਜੀ ਵੀ ਕਹਿ ਰਹੇ ਨੇ ਪਰਮਾਤਮਾ, ਹੇ ਮੇਰੇ ਪ੍ਰਭੂ, ਮਲਿਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਇਸ ਵਾਸਤੇ ਮੈਨੂੰ ਤੇਰੀ ਗਤੀ ਦੀ ਪਹਿਚਾਣ ਨਹੀਂ ਆਉਂਦੀ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈ, ਕਿਉਂਕਿ ਮਤ ਮਲੀਨ ਹੈ। ਦੇਖੋ ਨਾ, ਪਾਣੀ ਨਿਰਮਲ ਹੋਵੇ ਤੇ ਥੱਲੇ ਕੀ ਪਿਆ ਸਾਨੂੰ ਦਿਖਾਈ ਦੇ ਜਾਂਦਾ ਹੈ। ਜੇ ਪਾਣੀ ਹੋਵੇ ਗੰਦਾ, ਥੱਲੇ ਕਿਹੜੀਆਂ ਚੀਜ਼ਾਂ ਪਈਆਂ ਸਾਨੂੰ ਕਿੱਥੇ ਨਜ਼ਰ ਆਉਂਦੀਆਂ। ਜੇ ਮਤ ਹੋਵੇ ਮੈਲੀ, ਤੇ ਸਾਨੂੰ ਉਸ ਰੱਬ ਦੀ ਗਤ, ਰੱਬ ਦੀ ਹਾਲਤ, ਰੱਬ ਦੀ ਅਵਸਥਾ, ਰੱਬ ਦੀ ਸਾਨੂੰ ਪਹਿਚਾਣ ਨਹੀਂ ਕਿ ਰੱਬ ਕਿਹੋ ਜਿਹਾ ਹੈ, ਕਿੱਦਾਂ ਦਾ ਪਰਮੇਸ਼ਰ, ਉਹ ਕਿੱਦਾਂ ਆਪਣੀ ਸੰਸਾਰ ਦੀ ਇਸ ਖੇਡ ਨੂੰ ਚਲਾਉਂਦਾ ਹੈ। ਵਾਹਿਗੁਰੂ ਜੀ ਦੀ ਸੰਸਾਰ ਦੇ ਵਿੱਚ ਖੇਡ ਕੀ ਹੈ, ਕਦੋਂ ਤੱਕ ਸਮਝ ਨਹੀਂ ਹੈ? ਜਦੋਂ ਤੱਕ ਸਾਡੀ ਇਹ ਮਤ ਮੈਲੀ ਹੈ, ਵਿਕਾਰਾਂ ਨਾਲ ਗੰਦੀ ਹੋਈ ਪਈ ਹੈ, ਮੈਲੀ ਹੋਈ ਪਈ ਹੈ, ਵਿਕਾਰਾਂ ਨਾਲ ਲਿਬੜੀ ਪਈ ਹੈ। ਸਾਡੀ ਮਤ ਦੀ ਹਾਲਤ ਪਿਆਰ ਵਾਲਿਓ ਬਿਲਕੁਲ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਜਾਂ ਬਣੀ ਹੋਈ ਹੈ, ਜਿਸ ਤਰ੍ਹਾਂ ਅਸੀਂ ਪੁਰਾਤਨ ਸਮੇਂ ਵਿੱਚ ਵੇਖਦੇ ਸਨ ਕਿ ਲੰਪ ਹੁੰਦਾ ਸੀ ਤੇ ਉਹਦੀ ਚਿਮਨੀ ਜਿਹੜੀ ਸੀ ਨਾ, ਧੂਏ ਨਾਲ ਕਾਲੀ ਹੋ ਜਾਂਦੀ ਸੀ। ਤੇ ਕਈ ਵਾਰੀ ਸਾਡੇ ਵੱਡਿਆਂ ਨੇ ਜਦੋਂ ਕਹਿਣਾ ਨਾ ਵੀ ਘਰ ਦੇ ਵਿੱਚ ਲੰਪ ਜਗਾ ਲਓ, ਹਨੇਰਾ ਹੋ ਗਿਆ, ਸ਼ਾਮ ਪੈ ਗਈ ਹੈ, ਤੇ ਛੋਟੇ ਬੱਚਿਆਂ ਦੀ ਡਿਊਟੀ ਹੋਇਆ ਕਰਦੀ ਸੀ ਵੀ ਤੁਹਾਡਾ ਕੰਮ ਹੈ ਵੀ ਲੰਪ ਜਗਾ ਦਿਓ, ਲਾਈਟ ਜਗਾ ਦਿਓ। ਤੇ ਕਈ ਵਾਰੀ ਬੱਚਿਆਂ ਨੇ ਲੰਪ ਜਗਾ ਦੇਣਾ, ਪਰ ਘਰ ਵਿੱਚ ਫਿਰ ਵੀ ਚਾਨਣ ਨਾ ਹੋਣਾ, ਬੱਚਿਆਂ ਨੇ ਫਿਰ ਖੇਡਣ ਨਿਕਲ ਜਾਣਾ। ਇਹੀ ਹੁੰਦਾ ਸੀ ਨਾ ਜੀ, ਤੁਹਾਡੇ ਨਾਲ ਵੀ ਹੋਇਆ ਹੋਣਾ।
ਫਿਰ ਵੱਡਿਆਂ ਨੇ ਆਵਾਜ਼ ਮਾਰਨੀ ਵੀ ਮੈਂ ਕਿਹਾ ਸੀ ਲੰਪ ਜਗਾ ਦੂ, ਜਗਾਇਆ ਨਹੀਂ। ਬਾਪੂ ਜੀ ਉੱਥੇ ਘੰਟਾ ਹੋ ਗਿਆ ਲੰਪ ਜਗਦੇ ਉਹਨੂੰ, ਇਹ ਘਰ 'ਚ ਤਾਂ ਹਨੇਰਾ ਪਿਆ। ਨਹੀਂ ਜੀ ਲੰਪ ਤੇ ਜਗਦਾ। ਫਿਰ ਦਾਨੇ ਘਰ ਦੇ ਬਜ਼ੁਰਗ ਕਹਿੰਦੇ ਸਨ ਕਿ ਬੇਟਾ ਚਿਮਨੀ ਸਾਫ਼ ਕੀਤੀ ਹੈ? ਕਹਿੰਦੇ ਜੀ ਉਹ ਤੇ ਨਹੀਂ ਕੀਤੀ, ਕਿਉਂਕਿ ਬੱਚਿਆਂ ਨੂੰ ਖੇਡਣ ਦੀ ਪਈ ਹੁੰਦੀ ਸੀ। ਡਰਦੇ ਮਾਰੇ ਲੰਪ ਤੇ ਜਗਾ ਦਿੱਤਾ ਵੀ ਬਾਪੂ ਨੇ ਕੁੱਟਣਾ ਜਾਂ ਮਾਂ ਨੇ ਝਿੜਕ ਮਾਰਨੀ ਹੈ, ਪਰ ਚਿਮਨੀ ਸਾਫ਼ ਨਹੀਂ ਕੀਤੀ। ਬੇਟਾ ਇਸ ਦੀ ਚਿਮਨੀ ਸਾਫ਼ ਕਰੋ। ਉਹੀ ਲੰਪ ਜੋਤ ਜਗ ਰਹੀ ਹੁੰਦੀ ਸੀ, ਪਰ ਚਿਮਨੀ ਜਦੋਂ ਸਾਫ਼ ਹੋ ਜਾਂਦੀ ਸੀ ਸਾਰਾ ਘਰ ਰੋਸ਼ਨੀ ਨਾਲ ਭਰ ਜਾਂਦਾ ਸੀ। ਉਚਾਰਨ ਕਰੋ ਸਤਿਨਾਮ। ਇਹ ਮਤ ਦੀ ਚਿਮਨੀ ਸਾਫ਼ ਕਰਨ ਦੀ ਲੋੜ ਹੈ ਸਾਨੂੰ। ਜਦੋਂ ਮਤ ਦੀ ਚਿਮਨੀ ਸਾਫ਼ ਹੋ ਜਾਣੀ ਹੈ ਨਾ, ਤੇ ਅੰਦਰ ਇਹ ਹਿਰਦਾ ਰੂਪੀ ਘਰ ਚਾਨਣ ਨਾਲ ਭਰ ਜਾਣਾ ਹੈ। ਪਰ ਇਹ ਮਤ ਦੀ ਚਿਮਨੀ ਸਾਫ਼ ਨਹੀਂ ਹੁੰਦੀ ਸਾਡੇ ਕੋਲ। ਅਸੀਂ ਮਾਇਆ ਵਾਲੇ ਪਾਸੇ ਦੌੜਦੇ ਰਹਿੰਦੇ ਹਾਂ, ਉਸ ਖੇਡ 'ਚ ਲੱਗੇ ਹੋਏ ਹਾਂ, ਮਾਇਆ ਵਾਲੀ ਖੇਡ ਦੇ ਵਿੱਚ। ਉਹ ਸਾਨੂੰ ਬੜੀ ਪਿਆਰੀ ਲੱਗਦੀ ਹੈ। ਗੁਰੂ ਸਾਨੂੰ ਆਖਦਾ ਹੈ, ਗੁਰੂ ਸਮਝਾਉਂਦਾ ਹੈ ਕਿ ਸਿਖਾ ਆਪਣੀ ਮਤ ਨੂੰ ਸਾਫ਼ ਕਰ ਲੈ। ਇਹ ਵਿਕਾਰਾਂ ਨਾਲ ਲਿਵੜੀ ਤਿਵੜੀ ਪਈ ਹੈ, ਇਹ ਕਾਲੀ ਹੋਈ ਪਈ ਹੈ ਤੇਰੀ ਮਤ ਵਿਕਾਰਾਂ ਨਾਲ। ਤੇ ਸੱਚ ਜਾਣਨਾ, ਗੁਰੂ ਗਿਆਨ ਦੇ ਕੱਪੜੇ ਨਾਲ ਜਦੋਂ ਉਹਨੂੰ ਸਾਫ਼ ਕਰਾਂਗੇ ਨਾ, ਗੁਰੂ ਸ਼ਬਦ ਦੇ ਅਭਿਆਸ ਦੇ ਨਾਲ, ਫਿਰ ਇਸ ਮਤ ਨੇ ਬਿਲਕੁਲ ਨਿਰਮਲ ਹੋ ਜਾਣਾ, ਗੱਲ ਬਣ ਜਾਣੀ ਹੈ। ਪਰ ਜਿੰਨਾ ਚਿਰ ਇਹ ਮਲੀਨ ਹੈ ਮਤ, ਉਹਨਾਂ ਚਿਰ ਅਸੀਂ ਪਰਮਾਤਮਾ ਦੀ ਗਤ ਨੂੰ ਲਖ ਨਹੀਂ ਸਕਦੇ। ਕੋਈ ਨਿਰਮਲ ਮਤ ਵਾਲਾ ਮਨੁੱਖ ਹੀ ਪਰਮੇਸ਼ਰ ਦੀ ਗਤ ਨੂੰ ਸਮਝ ਸਕਦਾ ਹੈ, ਵਾਹਿਗੁਰੂ ਦੇ ਅਨੁਭਵ ਦਰਸ਼ਨ ਕਰ ਸਕਦਾ ਹੈ, ਉਸ ਨੂੰ ਸਾਰੇ ਜੀਵਾਂ ਵਿੱਚ ਵਸਦਾ ਹੋਇਆ ਵੇਖ ਸਕਦਾ ਹੈ। ਮਤ ਮੈਲੀ ਹੈ, ਸਾਰੇ ਬਿਗਾਨੇ, ਸਾਰਿਆਂ ਨਾਲ ਲੜਾਈ ਝਗੜਾ, ਸਾਰਿਆਂ ਨਾਲ ਮਤਭੇਦ। ਮਨ ਨਿਰਮਲ ਹੋ ਜਾਂਦਾ ਹੈ ਤੇ ਸਾਰੇ ਆਪਣੇ ਬਣ ਜਾਂਦੇ, ਇਤਨੀ ਤਾਂ ਗੱਲ ਹੈ। ਪਰ ਇਹ ਕੰਮ ਕੋਈ ਸੌਖਾ ਥੋੜ੍ਹੀ ਹੈ। ਗੱਲ ਤਾਂ ਇਤਨੀ ਹੈ ਨਾ ਪਿਆਰਿਓ ਕਿ ਮਨ ਮੈਲਾ ਹੈ, ਸਾਰੇ ਬਿਗਾਨੇ ਨਜ਼ਰ ਆਉਂਦੇ ਨੇ, ਦੁਸ਼ਮਣ ਨਜ਼ਰ ਆਉਂਦੇ ਨੇ, ਸਾਰਿਆਂ ਨਾਲ ਵੈਰ ਵਿਰੋਧ ਨਜ਼ਰ ਆਉਂਦਾ ਹੈ। ਪਰ ਜਿਸ ਦਿਨ ਇਹੀ ਮਤ ਸਾਡੀ ਨਿਰਮਲ ਹੋ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ, ਤੇ ਸਾਰੇ ਆਪਣੇ ਲੱਗਣ ਲੱਗ ਪੈਂਦੇ। ਫਿਰ ਕੋਈ ਬਿਗਾਨਾ ਨਜ਼ਰ ਨਹੀਂ ਆਉਂਦਾ। ਫਿਰ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ, ਵੀ ਸਾਰੇ ਮਿੱਤਰ ਨੇ ਸਾਡੇ, ਕੋਈ ਬਿਗਾਨਾ ਹੈ ਹੀ ਨਹੀਂ ਸੰਸਾਰ ਦੇ ਵਿੱਚ। ਕਿਉਂਕਿ ਮਨ ਜਦੋਂ ਤੱਕ ਨਿਰਮਲ ਨਹੀਂ ਹੋਣਾ, ਮਤ ਨਿਰਮਲ ਨਹੀਂ ਹੋਣੀ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਬਾਰੇ ਜਾਣਿਆ ਨਹੀਂ ਜਾ ਸਕਦਾ। ਕਿਉਂਕਿ ਉਸ ਨੂੰ ਜਾਣਨਾ ਜਿਹੜਾ ਨਾ, ਉਹ ਮਨੁੱਖਾਂ ਵਿੱਚ ਵਸਦੇ ਹੀ ਦੇਖਣਾ ਹੈ, ਜੀਵਾਂ 'ਚ ਵਸਦੇ ਹੀ ਸਾਨੂੰ ਅਨੁਭਵ ਕਰਨਾ ਕਿਵੇਂ ਵਸ ਰਿਹਾ ਵਾਹਿਗੁਰੂ, ਕਿਵੇਂ ਸੰਸਾਰ ਦੀ ਇਹ ਖੇਡ ਨੂੰ ਚਲਾ ਰਿਹਾ ਹੈ, ਆਪਣੀ ਸ੍ਰਿਸ਼ਟੀ ਨੂੰ ਕਿਵੇਂ ਉਹ ਚਲਾ ਰਿਹਾ ਹੈ। ਇਸ ਕਰਕੇ ਕਹਿੰਦੇ ਹੇ ਸੱਚੇ ਪਾਤਸ਼ਾਹ, ਮੇਰੀ ਮਤ ਤਾਂ ਮਲੀਨ ਹੈ, ਵਿਕਾਰਾਂ ਦੇ ਨਾਲ ਇਹ ਲਿਵੜੀ ਪਈ ਹੈ। ਇਸ ਕਰਕੇ ਤੂੰ ਕਿਹੋ ਜਿਹਾ, ਤੇਰੀ ਉਹ ਗਤ, ਉਹ ਅਵਸਥਾ ਸਮਝ ਨਹੀਂ ਆਉਂਦੀ ਵੀ ਤੂੰ ਕਿਸ ਅਵਸਥਾ 'ਚ ਵਿਚਰਦਾ ਹੈ। ਫਿਰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਮੈਂ ਅਰਦਾਸ ਕਰਦਾ ਤੇਰੇ ਚਰਨਾਂ 'ਚ, ਕਰੋ ਕਿਰਪਾ ਬ੍ਰਹਮ ਚੂਕਈ, ਮੈਂ ਸੁਮਤ ਦੇਹੋ ਸਮਝਾਏ। ਆਖਣ ਲੱਗੇ ਹੇ ਪ੍ਰਭੂ ਕਰੋ ਕਿਰਪਾ। ਕਿਰਪਾ ਦਾ ਅਰਥ ਹੈ ਮਿਹਰ, ਕਰੋ ਦਾ ਅਰਥ ਹੈ ਕਰ, ਮਿਹਰ ਕਰ, ਬਖਸ਼ਿਸ਼ ਕਰ। ਬ੍ਰਹਮ ਚੂਕਈ ਕਹਿੰਦੇ ਮੇਰੇ ਜੀਵਨ ਵਿੱਚੋਂ ਇਹ ਭਟਕਣਾ ਮੁੱਕ ਜਾਏ, ਮੈਂ ਸੁਮਤ ਦੇਹੋ ਸਮਝਾਏ, ਮੈਨੂੰ ਇਹ ਸੁਚੱਜੀ ਮਤ ਸਮਝਾ। ਅਸੀਂ ਰੋਜ਼ ਇੱਕ ਦਾਨ ਮੰਗਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਹੇ ਗੁਰਾ ਇੱਕ ਦੇਹ ਬੁਝਾਈ, ਦੇਹ ਬੁਝਾਈ ਦਾ ਅਰਥ ਕੀ ਉੱਥੇ? ਮੈਨੂੰ ਸਮਝ ਬਖਸ਼, ਮੈਨੂੰ ਸੂਝ ਬਖਸ਼।
ਮੈਨੂੰ ਸੂਝ ਦੇ, ਮੈਨੂੰ ਸੋਝੀ ਦੇ। ਕੀ ਸੋਝੀ ਚਾਹੀਦੀ ਹੈ? ਕਹਿੰਦੇ ਜਿਹੜੇ ਸਾਰੇ ਜੀਵਾਂ ਦਾ ਇੱਕੋ ਹੀ ਦਾਤਾ ਪਰਮਾਤਮਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਨਾ ਭੁੱਲੇ। ਮੈਨੂੰ ਇਹ ਸਮਝ ਦੇ ਦੇ। ਮੇਰੇ ਕੋਲ ਇਹ ਸਮਝ ਹੈ ਨਹੀਂ। ਮੇਰੇ ਜੀਵਨ ਵਿੱਚ ਤਾਂ ਇਹ ਕੁਛ ਹੁੰਦਾ ਕਿ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਸਾਰੀਆਂ ਚੀਜ਼ਾਂ ਨੂੰ ਮੈਂ ਆਪਣੀ ਸਮਝ ਲੈਂਦਾ, ਪਰ ਵਾਹਿਗੁਰੂ ਮੇਰੇ ਵਾਸਤੇ ਪਰਾਇਆ। ਅਸਲ ਸਾਥੀ ਤੇ ਉਹੀ ਹੈ ਨਾ। ਬਾਕੀ ਤੇ ਸਭ ਕੁਝ ਹੀ ਪਰਾਇਆ ਹੈ, ਪਰ ਉਸ ਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਉਸਨੂੰ ਮੈਂ ਪਰਾਇਆ ਸਮਝੀ ਬੈਠਾ, ਪਰਾਇਆ ਸਮਝੀ ਬੈਠਾ। ਇਸ ਕਰਕੇ ਹੇ ਪ੍ਰਭੂ ਮਿਹਰ ਕਰ, ਮੈਨੂੰ ਸੁਚੱਜੀ ਮਤ ਸਮਝਾ, ਤਾਂ ਕਿ ਮੇਰੀ ਇਹ ਭਟਕਣਾ ਮੁੱਕ ਜਾਏ। ਜੋ ਕਿ ਸੁਚੱਜੀ ਮਤ ਮਿਲ ਗਈ ਨਾ, ਇਹ ਭਟਕਣ ਵਾਲਾ ਜੀਵਨ ਮੁੱਕ ਜਾਣਾ ਹੈ, ਜਿਹੜੀ ਭਟਕਣਾ ਵਿੱਚ ਪਏ ਹੋਏ ਹਾਂ, ਦੁਚਿੱਤੇ ਵਿੱਚ ਪਏ ਹੋਏ ਹਾਂ, ਦੁਵਿਧਾ ਦੇ ਵਿੱਚ ਪਏ ਹੋਏ ਹਾਂ। ਅੱਗੇ ਫਿਰ ਕਹਿ ਰਹੇ ਨੇ ਮਹਾਰਾਜ, ਕਹਿਣ ਲੱਗੇ ਜੋਗੀ ਸਰ ਪਾਵੈ ਨਹੀਂ, ਤਵੈ ਗੁਣ ਕਥਨ ਅਪਾਰ, ਪ੍ਰੇਮ ਭਗਤ ਕੈ ਕਾਰਨ, ਕਹੋ ਰਵਿਦਾਸ ਚਮਾਰ। ਆਖਣ ਲੱਗੇ ਹੇ ਪ੍ਰਭੂ ਜੋਗੀ ਸਰ। ਜੋਗੀ ਸਰ ਦਾ ਅਰਥ ਹੁੰਦਾ ਹੈ ਜੋਗੀ ਪਲਸ ਈਸ਼ਵਰ। ਪਾਓ ਕਿ ਵੱਡੇ ਵੱਡੇ ਜੋਗੀ ਜਿਹੜੇ ਆਪਣੇ ਆਪ ਨੂੰ ਈਸ਼ਵਰ ਸਮਝਦੇ ਹਨ, ਰੱਬ ਸਮਝਦੇ ਹਨ। ਤਾਂ ਹੀ ਤੁਸੀਂ ਵੇਖੋ ਨਾ ਕਿ ਉਹ ਪੁਰਾਤਨ ਸਮੇਂ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਵਿਚਰੇ ਤੇ ਜੋਗੀਆਂ ਕੋਲੋਂ ਲੋਕ ਬੜੇ ਡਰਦੇ ਸਨ। ਜੋਗੀ ਕੋਈ ਸ਼ਰਾਪ ਨਾ ਦੇ ਦੇਵੇ, ਜੋਗੀ ਕੁਛ ਬੋਲ ਨਾ ਦੇਵੇ, ਕਿਉਂਕਿ ਹਰ ਵੇਲੇ ਜੋਗੀ ਕਲਪੇ ਰਹਿੰਦੇ ਸਨ। ਤੇ ਜਦੋਂ ਗ੍ਰਸਤੀਆਂ ਕੋਲ ਉਹਨਾਂ ਨੇ ਆਉਣਾ ਨਾ, ਤੇ ਗ੍ਰਸਤੀ ਲੋਕ ਉਹਨਾਂ ਦੀ ਵੱਧ ਚੜ੍ਹ ਕੇ ਸੇਵਾ ਕਰਦੇ ਸਨ ਜੋਗੀਆਂ ਦੀ, ਵੀ ਇਹ ਕਲਪੇ ਰਹਿੰਦੇ ਬੜੇ, ਕਿਤੇ ਕੋਈ ਸ਼ਰਾਪ ਨਾ ਦੇ ਦੇਣ। ਪਿਆਰ ਵਾਲਿਓ ਸੱਚ ਜਾਣਨਾ, ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ ਉਹਨਾਂ ਨੂੰ ਵੀ ਇੱਕ ਪਾਸੇ ਤੁਸੀਂ ਜੋਗੀ ਗ੍ਰਸਤ ਨੂੰ ਛੱਡ ਕੇ ਇਹਨਾਂ ਨੂੰ ਆ ਕੇ ਨਿੰਦਦੇ ਹੋ ਕਿ ਗ੍ਰਸਤੀ ਜੀਵਨ ਤਾਂ ਜੰਜਾਲ ਹੈ। ਪਤਾ ਜੋਗੀ ਕੀ ਕਹਿੰਦੇ ਸੀ ਗ੍ਰਸਤੀ ਜੀਵਨ ਵਾਲਿਆਂ ਨੂੰ? ਕਹਿੰਦੇ ਗਿੱਲੀ ਲੱਕੜੀ ਕੋ ਘੁਣ ਲੱਗਾ। ਕਹਿੰਦੇ ਸੁੱਕੀਆਂ ਲੱਕੜਾਂ ਨੂੰ ਤਾਂ ਘੁਣ ਲੱਗਦਾ, ਪਰ ਗ੍ਰਸਤੀ ਜੀਵਨ ਤਾਂ ਗਿੱਲੀ ਲੱਕੜ ਨੂੰ ਘੁਣ ਲੱਗਿਆ। ਤੇ ਬਾਬੇ ਨਾਨਕ ਨੇ ਜਦੋਂ ਉਹਨਾਂ ਦੀ ਇਹ ਵਿਚਾਰ ਸੁਣੀ ਨਾ, ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਰਹੇ ਅਤੀਤ ਗ੍ਰਸਤ ਤਜ ਉਹਨੂੰ ਕੇ ਘਰ ਮੰਗਣ ਜਾਈਏ। ਘਰ ਪਰਿਵਾਰ ਛੱਡ ਦਿੱਤਾ, ਜੋਗੀ ਬਣ ਗਏ, ਫਿਰ ਉਹਨਾਂ ਕੋਲ ਮੰਗਣ ਵਾਸਤੇ ਕਿਉਂ ਜਾਂਦੇ ਹੋ? ਜੇ ਉਹਨਾਂ ਦੀ ਮਾਇਆ ਐਡੀ ਮਾੜੀ ਹੈ ਤਾਂ ਫਿਰ ਮੰਗਣ ਵਾਸਤੇ ਕਿਉਂ ਤੁਰ ਪੈਂਦੇ ਹੋ? ਆਪਣੇ ਆਪ ਨੂੰ ਅਤੀਤ ਕਹਿੰਦੇ ਹੋ ਤੁਸੀਂ, ਫਿਰ ਉਹਨਾਂ ਗ੍ਰਸਤੀਆਂ ਕੋਲ ਕੀ ਲੈਣ ਜਾਂਦੇ ਹੋ? ਦੇਖੋ ਨਾ ਸਵੇਰ ਤੋਂ ਸ਼ਾਮ ਤੱਕ ਮੰਗਣ ਵਾਲੇ ਲੋਕ ਤੁਰੇ ਰਹਿੰਦੇ। ਇੱਕ ਗ੍ਰਸਤੀ ਜੀਵਨ ਹੈ ਜਿਹੜਾ ਕਿ ਹਰ ਇੱਕ ਦਾ ਪੇਟ ਭਰੀ ਜਾਂਦਾ। ਜਿਹੜਾ ਵੀ ਬੂਹੇ ਤੇ ਆ ਗਿਆ ਉਹਨੂੰ ਕੁਛ ਨਾ ਕੁਛ ਦੇ ਕੇ ਤੋਰਦਾ। ਇੱਕ ਪਾਸੇ ਫਿਰ ਜੋ ਗ੍ਰਸਤੀ ਜੀਵਨ ਨੂੰ ਜੰਜਾਲ ਵੀ ਦੱਸਣਾ, ਆਪਣੇ ਆਪ ਨੂੰ ਰੱਬ ਸਮਝਣਾ। ਤਾਂ ਹੀ ਗੁਰੂ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਵੇਖੇ ਨਾ, ਅਸੀਂ ਦੇਖਦੇ ਹਾਂ ਕਿ ਜੋਗੀ ਹੋਏ, ਮੁਨੀ ਜਨ ਹੋਏ, ਪੰਡਿਤ ਹੋਏ, ਹਮ ਜੋਗੀ ਹਮ ਸੰਨਿਆਸੀ। ਕੋਈ ਕਹਿੰਦਾ ਅਸੀਂ ਜੋਗੀ ਹਾਂ, ਅਸੀਂ ਸੰਨਿਆਸੀ ਹਾਂ। ਕੋਈ ਕਹਿੰਦਾ ਅਸੀਂ ਪੰਡਿਤ ਹਾਂ, ਅਸੀਂ ਸੂਰਮੇ ਹਾਂ। ਤੇ ਇਹ ਸਾਰੀਆਂ ਚੀਜ਼ਾਂ 'ਚ ਗਲਤਾਨ ਹੋਏ ਲੋਕ ਮੈਂ ਕਰਦੇ ਫਿਰਦੇ ਨੇ। ਗੁਰੂ ਸਾਹਿਬ ਕਹਿੰਦੇ ਮੈਂ ਤੇ ਤੁਹਾਡੀ ਗਈ ਨਹੀਂ। ਮੈਂ ਦੀ ਬਿਰਤੀ ਤਾਂ ਤੁਸੀਂ ਨਾਲ ਲਈ ਫਿਰਦੇ ਹੋ। ਤੇ ਭਗਤ ਰਵਿਦਾਸ ਜੀ ਨੂੰ ਵੀ ਗੱਲ ਆਖਣੀ ਪਈ, ਕਹਿੰਦੇ ਜੋਗੀ ਸਰ ਪਾਵੇਂ ਨਹੀਂ, ਹੇ ਪ੍ਰਭੂ ਵੱਡੇ ਵੱਡੇ ਜੋਗੀ ਵੀ ਤੇਰਾ ਅੰਤ ਨਹੀਂ ਪਾ ਸਕਦੇ, ਕਿਉਂਕਿ ਉਹ ਪਰਮਾਤਮਾ ਬੇਅੰਤ ਪ੍ਰਭੂ ਹੈ, ਉਹਦੇ ਗੁਣ ਬੇਅੰਤ ਨੇ। ਤਵੈ ਗੁਣ ਕਥਨ ਅਪਾਰ। ਤਵੈ ਦਾ ਅਰਥ ਹੈ ਤੇਰੇ ਗੁਣ, ਕਥਨ ਅਪਾਰ। ਅਪਾਰ ਦਾ ਅਰਥ ਹੈ ਬੇਅੰਤ ਗੁਣਾਂ ਦਾ, ਕਿਉਂਕਿ ਤੇਰੇ ਬੇਅੰਤ ਗੁਣ ਨੇ, ਅਪਾਰ ਗੁਣ ਨੇ, ਅੰਤ ਨਹੀਂ ਪਾ ਸਕੇ। ਜੋਗੀ ਜੋ ਆਪਣੇ ਆਪ ਨੂੰ ਈਸ਼ਵਰ ਸਮਾਨ ਸਮਝਦੇ ਸਨ, ਰੱਬ ਹੀ ਕਹਿੰਦੇ ਸਨ, ਹੇ ਪ੍ਰਭੂ ਉਹ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ। ਤੂੰ ਐਡਾ ਬੇਅੰਤ ਹੈ।
ਤੇ ਭਗਤ ਰਵਿਦਾਸ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਗੱਲ ਸਪਸ਼ਟ ਕਰਕੇ ਦੱਸੋ। ਤੁਸੀਂ ਵੀ ਤਾਂ ਯੋਗ ਸਾਧਨਾ ਕਰਦੇ ਹੋ, ਭਾਵ ਨਾਮ ਅਭਿਆਸ ਕਰਦੇ ਹੋ, ਤੁਸੀਂ ਵੀ ਬੰਦਗੀ ਕਰਦੇ ਹੋ, ਤੁਸੀਂ ਵੀ ਸਿਮਰਨ ਕਰਦੇ ਹੋ। ਜੋਗੀ ਵੀ ਸਿਮਰਨ ਕਰਦੇ ਨੇ। ਜੋਗੀ ਦਾ ਅਰਥ ਵੀ ਇਹੀ ਸੀ, ਜੁੜਨਾ। ਜੋੜ ਤੋਂ ਬਣਿਆ ਜੋਗੀ, ਜੁੜਨਾ। ਤੁਸੀਂ ਵੀ ਭਗਤੀ ਕਰਦੇ ਹੋ, ਕਿਸ ਵਾਸਤੇ ਕਰਦੇ ਹੋ? ਆਖਣ ਲੱਗੇ ਮੈਂ ਭਗਤੀ ਕਰਦਾ, ਮੈਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਵਾਸਤੇ ਨਹੀਂ ਕਰਦਾ। ਕਹਿਣ ਲੱਗੇ ਵੀ ਕੋਈ ਸੋਚੇ ਨਾ ਵੀ ਰੱਬ ਦੇ ਗੁਣਾਂ ਦਾ ਅੰਤ ਪਾਉਣ ਵਾਸਤੇ ਮੈਂ ਭਗਤੀ ਕਰ ਰਿਹਾ। ਭਗਤ ਰਵਿਦਾਸ ਜੀ ਕਹਿੰਦੇ ਮੈਂ ਭਗਤੀ ਕਰਦਾ ਪ੍ਰੇਮ ਭਗਤ ਕੈ ਕਾਰਣ, ਕਹੋ ਰਵਿਦਾਸ ਚਮਾਰ। ਆਖਣ ਲੱਗੇ ਪਰ ਹੇ ਰਵਿਦਾਸ ਚਮਾਰ, ਆਪਣੇ ਆਪ ਨੂੰ ਸੰਬੋਧਨ ਕਰ ਰਹੇ ਨੇ, ਆਪਣੇ ਆਪ ਨੂੰ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਲੋਕ ਉਹਨਾਂ ਨੂੰ ਚਮਿਆਰ ਕਹਿੰਦੇ ਸਨ, ਚਮੜੇ ਦਾ ਕੰਮ ਕਰਦੇ ਸਨ। ਇਸ ਕਰਕੇ ਉਹਨਾਂ ਨੇ ਆਪਣੀ ਬਾਣੀ ਵਿੱਚ ਹਰ ਥਾਂ 'ਤੇ ਤਕਰੀਬਨ ਅੱਖਰ ਇਹ ਵਰਤੇ ਹੈ ਕਿ ਤੁਸੀਂ ਕਹਿੰਦੇ ਹੋ ਚਮਿਆਰ, ਮੈਂ ਆਪ ਹੀ ਕਹਿ ਲੈਂਦਾ ਆਪਣੇ ਆਪ ਨੂੰ ਚਮਿਆਰ, ਕਿਉਂਕਿ ਮੇਰਾ ਕੰਮ ਹੀ ਚਮੜੇ ਦਾ। ਕਹਿੰਦੇ ਪਰ ਹੇ ਰਵਿਦਾਸ ਚਮਾਰ, ਕਹਿੰਦੇ ਤੂੰ ਪ੍ਰਭੂ ਦੀ ਸਿਫਤ ਸਲਾਹ ਕਰ। ਕਿਸ ਵਾਸਤੇ? ਤਾਂ ਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤ ਮਿਲ ਸਕੇ। ਆਪਣੇ ਆਪ ਨੂੰ ਕਹਿੰਦੇ ਹੇ ਰਵਿਦਾਸ, ਤੂੰ ਪਰਮਾਤਮਾ ਦੀ ਭਗਤੀ ਕਰ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ। ਸਿਫਤ ਸਲਾਹ ਕਰੇਗਾ ਤੈਨੂੰ ਦੋ ਚੀਜ਼ਾਂ ਮਿਲਣਗੀਆਂ ਜੀਵਨ 'ਚ, ਅੰਤ ਤੇ ਨਹੀਂ ਪਾ ਸਕਦਾ ਤੂੰ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਕੀ ਮਿਲੇਗਾ? ਕਹਿੰਦੇ ਪ੍ਰੇਮ ਤੇ ਭਗਤੀ। ਇਹ ਦੋ ਦਾਤਾਂ ਮਿਲ ਸਕਣ, ਇੱਕ ਪ੍ਰੇਮ ਮਿਲ ਸਕੇ ਪ੍ਰਭੂ ਦਾ, ਇੱਕ ਪ੍ਰਭੂ ਦੀ ਭਗਤੀ ਦੀ ਦਾਤ ਪ੍ਰਾਪਤ ਹੋ ਸਕੇ। ਭਗਤ ਰਵਿਦਾਸ ਜੀ ਕਹਿੰਦੇ ਇਸ ਕਰਕੇ ਮੈਂ ਪਰਮਾਤਮਾ ਦੀ ਸਿਫਤੋ ਸਲਾਹ ਕਰਦਾ, ਵਾਹਿਗੁਰੂ ਜੀ ਦੀ ਵਡਿਆਈ ਕਰਦਾ, ਕਿਉਂਕਿ ਵਡਿਆਈ ਕਰਦੇ ਕਰਦੇ ਪ੍ਰੇਮ ਪੈਦਾ ਹੋਏਗਾ। ਵਡਿਆਈ ਕਰਦੇ ਕਰਦੇ ਭਗਤੀ ਕਰਨ ਦੀ ਜਾਚ ਆਵੇਗੀ ਕਿ ਵਾਹਿਗੁਰੂ ਦੀ ਭਗਤੀ ਕਿਵੇਂ ਕਰਨੀ ਹੈ। ਕਿਉਂਕਿ ਸਾਨੂੰ ਤੇ ਭਗਤੀ ਕਰਨ ਦੀ ਵੀ ਜਾਚ ਨਹੀਂ, ਮਾਫ਼ ਕਰਨਾ। ਅਸੀਂ ਗੁਰਦੁਆਰੇ ਬੈਠ ਕੇ ਭਗਤੀ ਕਰਦੇ ਹਾਂ ਔਰ ਗੁਰਦੁਆਰੇ ਤੋਂ ਬਾਹਰ ਜਾ ਕੇ ਉਸ ਰੱਬ ਨੂੰ ਹੀ ਦੁਰਕਾਰਦੇ ਹਾਂ ਜਿਸ ਦੀ ਭਗਤੀ ਕਰਦੇ ਹਾਂ। ਅਸੀਂ ਧਾਰਮਿਕ ਸਥਾਨਾਂ 'ਤੇ ਦੁੱਧ ਚੜ੍ਹਾਉਂਦੇ ਹਾਂ, ਰੱਬ ਦੀ ਭਗਤੀ ਕਰਦੇ ਹਾਂ। ਰੱਬ ਦੇ ਦੁਆਰ 'ਤੇ ਬਾਹਰ ਖਲੋਤਾ ਹੈ ਬੰਦਾ, ਉਸ ਨੂੰ ਅਸੀਂ ਜੋ ਡੰਡੇ ਮਾਰ ਕੇ ਪੈ ਜਾਂਦੇ ਹਾਂ। ਇਹ ਸਾਡੀ ਹਾਲਤ ਹੈ। ਅੰਦਰ ਭਗਤੀ, ਦੁੱਧ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਦੁੱਧ ਨਹੀਂ। ਕਿਸੇ ਗਰੀਬ ਦਾ ਬੱਚਾ ਬਾਹਰ ਦੁੱਧ ਤੋਂ ਬਿਨਾਂ ਰੋ ਰਿਹਾ ਹੋਵੇ ਨਾ, ਤੇ ਕੋਈ ਦੁੱਧ ਦੇਣ ਵਾਲਾ ਨਹੀਂ, ਸਭ ਦੁਰਕਾਰ ਕੇ ਚਲੇ ਜਾਂਦੇ ਨੇ। ਪਰ ਧਾਰਮਿਕ ਅਸਥਾਨਾਂ ਨੂੰ ਸਭ ਲਈ ਤੁਰੀ ਜਾਂਦੇ ਨੇ ਦੁੱਧ ਪਾਣੀ, ਵੀ ਧਾਰਮਿਕ ਸਥਾਨ 'ਤੇ ਜਾ ਕੇ ਦੇਣਾ। ਮੈਂ ਇੱਕ ਬੜੀ ਸੋਹਣੀ ਗਾਥਾ ਪੜ੍ਹ ਰਿਹਾ ਸੀ, ਵੈਸੇ ਸਮਾਂ ਹੋ ਗਿਆ, ਕਹਿ ਕੇ ਸਮਾਪਤੀ ਕਰਾਂ। ਇੱਕ ਬੰਦਾ ਮੰਦਰ ਤੋਂ ਬਾਹਰ ਖਲੋਤਾ ਸੀ, ਸਵੇਰੇ ਤੋਂ ਸ਼ਾਮ ਹੋ ਗਈ, ਕਿਸੇ ਨੇ ਰੋਟੀ ਦਾ ਟੁੱਕ ਨਹੀਂ ਪੁੱਛਿਆ। ਲੋਕਾਂ ਕੋਲੋਂ ਪੈਸੇ ਦੀ ਮੰਗ ਕਰਦਾ ਸੀ, ਕਿਸੇ ਨੇ ਪੈਸੇ ਨਹੀਂ ਦਿੱਤੇ। ਭੁੱਖਾ ਕਲਪਦਾ ਹੋਇਆ, ਕੀ ਲਾਭ ਹੋਇਆ? ਮੰਦਰ ਦੇ ਅੱਗੇ ਖਲੋਤਾ ਸੀ, ਧਾਰਮਿਕ ਅਸਥਾਨ 'ਤੇ। ਇੱਥੇ ਲੋਕ ਧਰਮ ਕਮਾਉਣ ਆਉਂਦੇ ਨੇ ਅਤੇ ਮੇਰੇ ਉੱਤੇ ਕਿਸੇ ਨੂੰ ਤਰਸ ਨਹੀਂ ਆਇਆ। ਬੜੇ ਗੁੱਸੇ ਵਿੱਚ ਉੱਥੋਂ ਤੁਰ ਪਿਆ। ਰਾਤ ਹੋ ਗਈ ਸੀ, ਦਿਨ ਛਿਪ ਗਿਆ ਸੀ। ਮੰਦਰ ਤੋਂ ਕੁਝ ਦੂਰ ਗਿਆ, ਕੁਝ ਦੂਰੀ 'ਤੇ ਉੱਥੇ ਸ਼ਰਾਬ ਦਾ ਠੇਕਾ ਸੀ, ਉੱਥੇ ਗਿਆ ਅਤੇ ਉੱਥੇ ਇੱਕ ਬੰਦਾ ਆਇਆ। ਉਸਨੂੰ ਕਿਹਾ ਭੁੱਖ ਲੱਗੀ ਹੈ, ਰੋਟੀ ਛਕਣੀ ਹੈ। ਉਸਨੇ ਪੈਸੇ ਕੱਢ ਕੇ ਦੇ ਦਿੱਤੇ। ਹੱਥ ਉੱਪਰ ਨੂੰ ਕਰਕੇ ਕਹਿੰਦਾ ਕਿ ਅੱਲਾਹ ਤਾਲਾ, ਹੇ ਮੇਰੇ ਰੱਬ, ਮੈਨੂੰ ਪਤਾ ਨਹੀਂ ਲੱਗਦਾ, ਐਡਰੈਸ ਕਿਤੇ ਹੋਰ ਦਾ ਦੱਸਦਾ ਅਤੇ ਰਹਿੰਦਾ ਕਿਤੇ ਹੋਰ ਰਹਿੰਦਾ। ਮੈਂ ਤਾਂ ਐਡਰੈਸ ਦੱਸਿਆ ਸੀ ਵੀ ਮੰਦਰ ਦੇ ਵਿੱਚ ਰਹਿੰਦਾ, ਤੂੰ ਗੁਰਦੁਆਰੇ ਦੇ ਵਿੱਚ ਰਹਿੰਦਾ। ਅਸੀਂ ਇਹੀ ਕਰਦੇ ਨਾ, ਇੱਦਾਂ ਹੀ। ਕਹਿੰਦੇ ਐਡਰੈਸ ਮੈਨੂੰ ਦੱਸਿਆ ਉੱਥੇ ਦਾ, ਮਿਲਿਆ ਇੱਥੇ ਆ ਕੇ। ਸਵੇਰ ਤੋਂ ਸ਼ਾਮ ਹੋ ਗਈ, ਇੱਥੇ ਖਲੋਤੇ, ਕਿਸੇ ਨੇ ਰੋਟੀ ਨਹੀਂ ਪੁੱਛੀ। ਇੱਥੇ ਇੱਕ ਬੰਦੇ ਨੂੰ ਕਿਹਾ ਅਤੇ ਉਹੀ ਰੋਟੀ ਦੇ ਪੈਸੇ ਦੇ ਕੇ ਚਲਾ ਗਿਆ। ਗੱਲ ਇਹ ਨਹੀਂ, ਧਰਮ ਕਮਾਉਣ ਵਾਲਿਆਂ ਵਿੱਚ ਇਨਸਾਨੀਅਤ ਨਹੀਂ।
ਪਰ ਇੱਕ ਜੀਵਨ 'ਚ ਬੰਦਾ ਗੁਨਾਹ ਵੀ ਕਰ ਰਿਹਾ ਪਰ ਤਾਂ ਵੀ ਇਨਸਾਨੀਅਤ ਬਚਾਈ ਬੈਠਾ ਹੈ, ਭਾਵੇਂ ਉਹ ਨਸ਼ਾ ਧਰਮ ਇਜਾਜ਼ਤ ਨਹੀਂ ਦਿੰਦਾ ਇਸ ਗੱਲ ਦੀ, ਇਹ ਵੀ ਯਾਦ ਰੱਖਿਓ। ਇੱਥੇ ਕਿਹਾ ਗਿਆ ਕਿ ਜਿਤ ਪੀਤੈ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਪਰ ਉਸ ਵਿੱਚ ਦਿਆਲਤਾ ਹੈ, ਉਸ ਵਿੱਚ ਦਇਆ ਆ ਗਈ, ਉਸ ਨੂੰ ਤਰਸ ਆ ਗਿਆ। ਪਰ ਜਿਹੜੇ ਆਪਣੇ ਆਪ ਨੂੰ ਧਰਮ ਕਮਾ ਕੇ ਚੋੜੇ ਹੋਏ ਫਿਰਦੇ ਸੀ, ਅਸੀਂ ਬੜੇ ਧਰਮੀ ਹਾਂ, ਉਹਨਾਂ ਨੂੰ ਇਤਨਾ ਵੀ ਤਰਸ ਨਹੀਂ ਆਇਆ, ਚਲੋ ਭੁੱਖਾ ਭੋਜਨ ਹੀ ਛਕਾ ਦਈਏ। ਠੀਕ ਹੈ, ਪੈਸੇ ਨਾ ਦਿਓ, ਮੈਂ ਵੀ ਨਹੀਂ ਮੰਨਦਾ ਇਸ ਗੱਲ ਨੂੰ। ਜੇ ਬੰਦਾ ਕਹਿੰਦਾ ਭੁੱਖ ਲੱਗੀ ਤੇ ਭੋਜਨ ਤਾਂ ਛਕਾ ਹੀ ਸਕਦੇ ਨਾ ਆਪਾਂ। ਕੋਈ ਮੈਨੂੰ ਕਹਿੰਦਾ ਵੀ ਚਾਹ ਦੇ ਪੈਸੇ ਤੁਮ ਕਿ ਆਓ ਚਾਹ ਬਣਾਉਂਦੇ ਤੇ ਛਕਾਉਂਦੇ, ਤੇ ਤੁਸੀਂ ਵੀ ਪੀਣਾ ਤੇ ਅਸੀਂ ਵੀ ਪੀਵਾਂਗੇ। ਤੇ ਚਾਹ ਦੀ ਭੁੱਖ ਲੱਗੀ ਹੈ, ਚਾਹ ਦਾ ਇੱਛਾ ਹੈ, ਚਾਹ ਆਪਾਂ ਦੋਵਾਂ ਇਕੱਠੇ ਪੀ ਲਵਾਂਗੇ, ਫਿਰ ਕੀ ਹੋਇਆ। ਜਿਹੜੇ ਚਾਹ ਪੀਣ ਵਾਲੇ ਹੋਣਗੇ, ਜਿਹੜੇ ਵਾਕਈ ਸੱਚਾ ਬੰਦਾ ਹੋਵੇਗਾ, ਜਿਹਨੂੰ ਵਾਕਈ ਚਾਹ ਦੀ ਤਲਬ ਲੱਗੀ ਹੈ, ਉਹ ਪੀਣ ਆ ਜਾਏਗਾ। ਜਿਹੜਾ ਕੇਵਲ ਮੰਗਤਾ ਹੈ, ਜਿਹੜਾ ਪੈਸੇ ਲੋਕਾਂ ਤੋਂ ਇਕੱਠਾ ਕਰਿਆ, ਉਹ ਨਸ ਜਾਏਗਾ। ਪਤਾ ਵੀ ਲੱਗ ਜਾਏਗਾ ਵੀ ਇਹ ਵਾਕਈ ਤਲਬ ਵਾਲਾ ਬੰਦਾ ਹੈ ਜਾਂ ਇਹ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਮੰਗਣ ਦੇ ਨਾਮ 'ਤੇ ਇਹ ਵੱਡੀ ਠੱਗੀ ਠੋਰੀ ਕਰਿਆ ਲੋਕਾਂ ਨਾਲ। ਦੋਨਾਂ ਚੀਜ਼ਾਂ ਦੀ ਪਰਖ ਵੀ ਹੋ ਜਾਏਗੀ ਨਾ। ਇਸ ਕਰਕੇ ਧਰਮ ਨੂੰ ਬੜਾ ਸਮਝਣ ਵਾਲਾ ਸਬਜੈਕਟ ਹੈ ਧਰਮ। ਧਰਮ ਦੇ ਅਸਥਾਨ 'ਤੇ ਆਉਂਦੇ ਹਾਂ, ਧਰਮੀ ਹੋਣ ਦਾ ਮਾਣ ਨਹੀਂ, ਸਗੋਂ ਧਰਮ ਕਮਾ ਕੇ ਮਨੁੱਖਤਾ ਨੂੰ ਦਿਖਾਈਏ ਵੀ ਹਾਂ ਅਸੀਂ ਧਰਮ ਅਸਥਾਨ 'ਤੇ ਆਉਂਦੇ ਹਾਂ, ਸਾਡੇ ਅੰਦਰ ਇਨਸਾਨੀਅਤ ਹੈ, ਸਾਡੇ ਅੰਦਰ ਧਰਮ ਹੈ, ਸਾਡੇ ਅੰਦਰ ਉਹ ਵਿਚਾਰਧਾਰਾ ਹੈ ਜਿਹੜੀ ਵਿਚਾਰਧਾਰਾ ਗੁਰੂ ਸਾਹਿਬ ਸਾਨੂੰ ਧਰਮ ਅਸਥਾਨ 'ਤੇ ਸਿਖਾਉਂਦੇ ਹੈ। ਤੇ ਜੇ ਐਵੇਂ ਜਪਜੀ ਸਾਹਿਬ ਪੜ੍ਹ ਕੇ ਚੌੜੇ ਹੋਈ ਜਾਣਾ ਤੇ ਕੋਈ ਲਾਭ ਨਹੀਂ, ਮਾਫ਼ ਕਰਨਾ। ਜੇ ਜੋ ਪਾਣੀਆਂ ਜ਼ਿਆਦਾ ਪੜ੍ਹਨੀਆਂ ਇੱਕ ਨਹੀਂ ਪੜ੍ਹਦਾ ਤੇ ਜ਼ਿਆਦਾ ਕੋਈ ਗੱਲਬਾਤ ਨਹੀਂ। ਜੇ ਜੀਵਨ ਦੇ ਵਿੱਚ ਸਰਲਤਾ ਨਹੀਂ ਹੈ, ਸਹਿਜਤਾ ਨਹੀਂ ਹੈ, ਦਿਆਲਤਾ ਨਹੀਂ ਹੈ, ਕਰੁਣਾ ਨਹੀਂ ਹੈ, ਤਰਸ ਨਹੀਂ ਹੈ, ਤੇ ਜਿੰਨਾ ਮਰਜ਼ੀ ਪਾਠ ਪੂਜਾ ਕਰ ਲਓ, ਉਹ ਵੀ ਗੁਰੂ ਨੇ ਪ੍ਰਵਾਨ ਕੋਈ ਨਹੀਂ ਕਰਨਾ। ਆਪਣੇ ਹੰਕਾਰ ਵਧਾਉਣ ਵਾਲੀ ਗੱਲ ਹੈ, ਬ੍ਰਹਮਦਾਸ ਦੀ ਤਰ੍ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਆਪਾਂ ਪਾਠ ਪੂਜਾ ਨਹੀਂ ਕਰਨਾ, ਬਾਣੀ ਨਹੀਂ ਪੜ੍ਹਨੀ, ਨਿਤਨੇਮ ਨਹੀਂ ਕਰਨਾ, ਪਰ ਕਈ ਵਾਰੀ ਇਹ ਚੀਜ਼ਾਂ ਅਸੀਂ ਜਦੋਂ ਕਰਦੇ ਹਾਂ ਨਾ ਪਿਆਰਿਓ, ਤਾਂ ਆਪਣੇ ਜੀਵਨ 'ਚ ਕਈ ਵਾਰੀ ਆਪਣੇ ਹੰਕਾਰ ਨੂੰ ਵਧਾ ਲੈਂਦੇ ਹਾਂ। ਭਗਤ ਰਵਿਦਾਸ ਜੀ ਕਹਿੰਦੇ ਮੈਂ ਤਾਂ ਭਗਤੀ ਕਰਦਾ। ਇੱਕ ਛਿੰਨ ਦਰਸ ਤੇ ਗੱਲ ਕਲੀਅਰ ਹੋ ਗਈ ਹੋਏਗੀ ਨਾ ਕਿ ਉਸਦੀ ਭਗਤੀ ਕਰਕੇ, ਸਿਵਸਲਾ ਕਰਕੇ ਹੇ ਰਵਿਦਾਸ ਕਹਿੰਦੇ ਪ੍ਰੇਮ ਤੇ ਭਗਤੀ ਦੀ ਜਿਹੜੀ ਦਾਤ ਹੈ ਉਹ ਤੈਨੂੰ ਉਸਦੇ ਦਰੋਂ ਮਿਲ ਜਾਵੇਗੀ, ਪ੍ਰਾਪਤ ਹੋ ਜਾਵੇਗੀ। ਇਹੀ ਪ੍ਰਮਾਤਮਾ ਦਾ ਇੱਕ ਖਿੰਨ ਦਾ ਦਰਸ਼ਨ ਹੈ। ਉਸਦਾ ਪ੍ਰੇਮ ਹਾਸਲ ਹੋ ਜਾਣਾ ਤੇ ਉਸਦੀ ਭਗਤੀ ਦੀ ਦਾਤ ਮਿਲ ਜਾਣੀ। ਗੁਰੂ ਕਿਰਪਾ ਕਰੇ ਕਿ ਅਸੀਂ ਭਗਤੀ ਕਰਦੇ ਹੋਏ ਮਾਲਕ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਜੋ ਗੁਰੂ ਦਾ ਸਿਧਾਂਤ ਹੈ ਉਸ ਨੂੰ ਕਮਾ ਸਕੀਏ, ਆਪਣੇ ਮਾਲਕ ਨੂੰ ਅਸੀਂ ਸਾਰਿਆਂ 'ਚ ਅਨੁਭਵ ਕਰ ਸਕੀਏ। ਭਗਤ ਰਵਿਦਾਸ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਆਪਣੇ ਮਨ ਨੂੰ ਜੋ ਇਹ ਮਾਇਆ 'ਚ ਗਲਤਾਨ ਹੋਇਆ ਹੈ, ਇਸ ਤੋਂ ਉਭਾਰ ਕੇ ਉਸ ਮਾਇਆ ਦੇ ਮਾਲਕ ਨਾਲ ਜੋੜੋ ਜਿਹੜਾ ਸਾਰਿਆਂ ਦੇ ਉੱਤੇ ਮਾਇਆ ਕਰ ਰਿਹਾ ਹੈ। ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਆਪਣੇ ਮਨ ਨੂੰ ਜੋੜੋ। ਇੱਥੇ ਤਾਂ ਜੀਵਨ ਇਹ ਹੋਣਾ ਚਾਹੀਦਾ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਵੀ ਕਰੀਏ, ਚਿੱਤ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖੀਏ, ਫਿਰ ਸਾਡਾ ਜੀਵਨ ਸਫਲ ਹੋਏਗਾ। ਫਿਰ ਕਹਿ ਸਕਾਂਗੇ ਕਿ ਇਹ ਲੋਕ ਸੁਖੀ ਹੈ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।